ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੁਣ ਤੋਂ ਥੋੜਾ ਸਮਾਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਪ੍ਰਾਈਮ ਟਾਈਮ ਐਡਰੈਸ ਕਰਨਾ ਆ ਯੂਐਸ ਦੇ ਜਿੰਨੇ ਵੀ ਸਿਟੀਜ਼ਨ ਆ ਉਹਨਾਂ ਨੂੰ, ਖਾਸ ਕਰਕੇ ਇਲੈਕਸ਼ਨ ਸਿਕਿਉਰਿਟੀ ਦੇ ਇਸ਼ੂ ਨੂੰ ਲੈ ਕੇ। ਪਈ ਜੀ ਜਿਹੜੀ 2020 ਦੇ ਵਿੱਚ ਇਲੈਕਸ਼ਨਸ ਹੋਈਆਂ ਸੀਗੀਆਂ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਾਡ ਹੋਇਆ ਸੀਗਾ। ਇਸ ਸਪੀਚ ਦੇ ਵਿੱਚ ਉਹ ਡਿਨਾਈ ਕਰਨਗੇ 2020 ਦੀਆਂ ਜਿਹੜੀਆਂ ਇਲੈਕਸ਼ਨ ਦਾ ਲਾਸ ਹੋਇਆ ਸੀ ਵੀ ਉਹ ਉਹਨਾਂ ਦਾ ਲਾਸ ਨਹੀਂ ਸੀ, ਤੇ ਉਹਦੇ ਬੇਸ ਤੇ ਵੀ ਹੁਣ ਵੋਟਰ ਆਈਡੀ ਤੇ ਸਿਟੀਜ਼ਨਸ਼ਿਪ ਦੇ ਰੂਲ ਜਿਹੜੇ ਸਟ੍ਰਿਕਟ ਕੀਤੇ ਗਏ ਆ, ਉਹ ਜਿਹੜਾ ਨਵਾਂ ਰੂਲ ਲੈ ਕੇ ਆ ਰਿਹਾ ਵੀ ਉਸ ਨੂੰ ਪਾਸ ਕੀਤਾ ਜਾਵੇ। ਸਪੀਚ ਦੇ ਵਿੱਚ ਉਹ ਚਾਈਨੀਜ਼ ਇਨਫਲੂਐਂਸ ਦੇ ਉੱਤੇ ਵੀ ਜਿਹੜੇ ਐਲੀਗੇਸ਼ਨ ਲਾਣਗੇ ਵੀ ਚਾਈਨਾ ਦੀ ਗਵਰਨਮੈਂਟ ਇਨਵੋਲਵ ਸੀਗੀ ਇਲੈਕਸ਼ਨ ਨੂੰ ਉੱਪਰ ਥੱਲੇ ਕਰਨ ਦੇ ਲਈ। ਡਿਪਾਰਟਮੈਂਟ ਆਫ ਜਸਟਿਸ ਜਿਹੜੀ ਆ ਉਹ ਸਟਰਗਲ ਕਰ ਰਹੀ ਆ ਟਰੰਪ ਉਹਨਾਂ ਦੇ ਕਲੇਮ ਨੂੰ ਬੈਕ ਕਰਨ ਦੇ ਲਈ ਵੀ ਕਿੱਦਾਂ ਜਿਹੜਾ ਇਹ ਸਹੀ ਹੋ ਸਕਦਾ ਜਾਂ ਨਹੀਂ ਹੋ ਸਕਦਾ। ਪਰ ਇੰਟੈਲੀਜੈਂਸ ਕਮਿਊਨਿਟੀ ਜਿਹੜੀ ਆ ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਫੋਰਨ ਐਂਟੀਟੀ ਆ ਉਹ 2020 ਦੀ ਇਲੈਕਸ਼ਨ ਦੇ ਵਿੱਚ ਇੰਟਰਫੀਅਰ ਨਹੀਂ ਕੀਤਾ ਕਿਸੇ ਨੇ ਵੀ। ਤੇ ਜਿਹੜੇ ਡੈਮੋਕ੍ਰੇਟ ਆ ਉਹ ਸਕੈਪਟੀਕਲ ਹੈਗੇ ਆ ਟਰੰਪ ਉਹਨਾਂ ਦੇ ਪੋਟੈਂਸ਼ੀਅਲ ਇਲੈਕਸ਼ਨ ਸਿਕਿਉਰਿਟੀ ਟਾਕਿੰਗ ਪੁਆਇੰਟਸ ਦੇ ਉੱਤੇ। ਸੋ ਦੇਖਦੇ ਆ ਉਹਨਾਂ ਤੋਂ ਬਾਅਦ ਉਹ ਕੀ ਰਿਸਪੌਂਸ ਦਿੰਦੇ ਆ। ਪਰ ਸਾਰੇ ਜਿਹੜੇ ਟੀਵੀ ਚੈਨਲਸ ਆ ਉਹ ਨਹੀਂ ਰਨ ਕਰਨਗੇ। ਮੇਰੇ ਖਿਆਲ ਨਾਲ ABC ਤੇ CBS ਨੇ ਆਲਰੇਡੀ ਨਾ ਕਰ ਦਿੱਤੀ ਹੈਗੀ ਆ ਵੀ ਅਸੀਂ ਪ੍ਰੈਜ਼ੀਡੈਂਟ ਦਾ ਜਿਹੜਾ ਐਡਰੈਸ ਆ ਉਸ ਨੂੰ ਜਿਹੜਾ ਰਿਲੇ ਨਹੀਂ ਕਰਾਂਗੇ। ਉਹ ਕਹਿੰਦੇ ਵੀ ਆਨਲਾਈਨ ਰਿਲੇ ਕਰਨਾ ਆ ਉਹਨਾਂ ਨੇ। ਜਿਹੜਾ ਕਹਿ ਸਕਦੇ ਆ ABC ਵਾਲਿਆਂ ਨੇ ਕਿਹਾ ਆ ਵੀ ਸਟਰੀਮਿੰਗ ਚੈਨਲ ਦੇ ਉੱਤੇ ਜਿਹੜਾ ਉਹ ਕਰਾਂਗੇ, ਤੇ ਸ਼ਾਇਦ ਦੂਜੇ ਦੇ ਉੱਤੇ ਉਹ ਨਹੀਂ ਕਰਨਾ। CBS ਤੇ ਫੌਕਸ ਨੇ ਅਜੇ ਤੱਕ ਐਲਾਨ ਨਹੀਂ ਕੀਤਾ ਵੀ ਉਹਨਾਂ ਨੇ ਲਾਉਣਾ ਆ ਜਾਂ ਨਹੀਂ ਆਉਣਾ। ਇਸੇ ਤਰੀਕੇ ਦੇ ਨਾਲ ਪਹਿਲਾਂ ਵੀ 2022 ਦੇ ਵਿੱਚ, ਪਹਿਲੀ ਵਾਰੀ ਨਹੀਂ ਹੋਊਗਾ, 2022 ਚ ABC, CBS ਤੇ NBC ਤਿੰਨਾਂ ਨੇ ਉਦੋਂ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਸਪੀਚ ਆ ਉਸ ਨੂੰ ਰਨ ਨਹੀਂ ਕੀਤਾ ਸੀਗਾ, ਜਿਸ ਦੇ ਵਿੱਚ ਉਹ ਟਰੰਪ ਨੂੰ ਕ੍ਰਿਟੀਸਾਈਜ਼ ਉਹਨਾਂ ਨੇ ਕੀਤਾ ਸੀਗਾ। ਸੋ ਟਰੰਪ ਹੁਣਾਂ ਦਾ ਇਹ ਜਿਹੜਾ ਦਾਵਾ ਸੋ ਫਾਰ ਅਜੇ ਤੱਕ 6 ਸਾਲਾਂ ਦੇ ਵਿੱਚ ਪੂਰਾ ਖੋਖਲਾ ਜਿਹੜਾ ਉਹ ਰਿਹਾ ਆ। ਹਰ ਇੱਕ ਕੇਸ ਜੋ ਇਹਨਾਂ ਨੇ ਇਸ ਬਾਬਤ ਲਿਆਂਦਾ ਉਹਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਇਹਨਾਂ ਦੀ ਹਾਰ ਜਿਹੜੀ ਉਹ ਹੋਈ ਆ। ਨਵੰਬਰ ਦੀਆਂ ਇਲੈਕਸ਼ਨਸ ਨੂੰ ਇਹ ਡਿਨਾਈ ਕਰ ਸਕਣ ਜੇ ਇਹ ਹਾਰਦੇ ਆ ਤਾਂ ਉਹਦੇ ਲਈ ਇਸ ਦੀ ਜਿਹੜੀ ਆ ਪਿੱਠ ਭੂਮੀ ਆ ਉਹ ਹੁਣ ਟਰੰਪ ਹੁਣਾਂ ਨੇ ਹੁਣ ਤੋਂ ਬੰਨਣੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਉਹਨਾਂ ਨੂੰ ਨਜ਼ਰ ਆ ਰਿਹਾ ਵੀ ਜਿਹੜਾ ਸੇਵ ਅਮਰੀਕਾ ਐਕਟ ਜਿਸ ਦੇ ਤਹਿਤ ਕਾਫੀ ਲੋਕਾਂ ਦੀਆਂ ਵੋਟਾਂ ਕੱਟਣ ਬਾਰੇ ਸੋਚ ਰਹੇ ਆ, ਉਹ ਸ਼ਾਇਦ ਪਾਸ ਨਾ ਹੋਵੇ। ਤੇ ਜੇ ਉਹ ਪਾਸ ਨਹੀਂ ਹੋਇਆ ਤਾਂ ਇਹਨਾਂ ਨੂੰ ਐਂਟੀ ਇਨਕੰਬੈਂਸੀ ਦਾ ਜਿਹੜਾ ਦੌਰ ਆ ਤੇ ਜਿੱਦਾਂ ਦਾ ਮਾਹੌਲ ਬਣਿਆ ਪਿਆ ਆ, ਸੋ ਫਾਰ ਪੋਲਸ ਦੇ ਵਿੱਚ ਇਹੀ ਨਜ਼ਰ ਆ ਰਿਹਾ ਵੀ ਇਹਨਾਂ ਦੀ ਹਾਰ ਹੋ ਸਕਦੀ ਹੈ, ਇਹਨਾਂ ਦੀ ਮੈਜੋਰਟੀ ਜਿਹੜੀ ਉਹ ਲੂਜ਼ ਹੋ ਸਕਦੀ ਆ। ਸੋ ਉਸ ਚੀਜ਼ ਤੋਂ ਬਚਣ ਦੀ ਖਾਤਰ ਇਦਾਂ ਦਾ ਆ। ਅੱਜ ਪ੍ਰੈਸ ਜਿਹੜੇ ਸਕੱਤਰ ਆ ਕੈਰੋਲਿਨ ਲੇਵਿਟ, ਉਹਨਾਂ ਨੂੰ ਵੀ ਜਦ ਇਸ ਦੇ ਬਾਰੇ ਪੁੱਛਿਆ ਗਿਆ ਵੀ ਜੇ ਮੰਨ ਲਓ ਵੀ ਉਹ ਹਾਰ ਜਾਂਦੇ ਆ ਮਿਡ ਟਰਮ ਦੇ ਵਿੱਚ ਤਾਂ ਕਿ ਉਹ ਨਤੀਜਿਆਂ ਨੂੰ ਮੰਨਣਗੇ, ਤਾਂ ਉਹਦਾ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਜਿਹੜੀ ਉਹ ਹਾਂ ਉਹਨਾਂ ਨੇ ਬੇਸਿਕਲੀ ਨਹੀਂ ਆਖੀ ਹੈਗੀ। ਸੋ ਕੀ ਕਹਿੰਦੇ ਆ ਟਰੰਪ ਹੁਣੀ, ਇੱਕ ਵਾਰੀ ਫੇਰ ਉਹੀ ਪੁਰਾਣੀ ਜਿਹੜੀ ਪੀਪਣੀ ਵਜਾਉਂਦੇ ਨੇ ਜਾਂ ਕੋਈ ਨਵੀਆਂ ਚੀਜ਼ਾਂ, ਨਵੇਂ ਜਿਹੜੇ ਇਸ ਦੇ ਵਿੱਚ ਕਹਿ ਸਕਦੇ ਆ ਵੀ ਹੋਰ ਨਵੇਂ ਸਬੂਤ ਐਵੀਡੈਂਸ ਆ ਉਹ ਲੈ ਕੇ ਇਸ ਦੇ ਬਾਰੇ ਜਿਹੜੀ ਹੋਰ ਚਰਚਾ ਕਰਨਗੇ। ਇਹ ਦੇਖਣ ਵਾਲੀ ਗੱਲ ਰਹੇਗੀ, ਸੁਣਨ ਵਾਲੀ ਗੱਲ ਰਹੇਗੀ। ਜਦੋਂ ਪੁੱਛਿਆ ਗਿਆ ਵੀ ਇਹ 2020 ਦੇ ਉੱਤੇ ਕਿਉਂ ਟਿਕੇ ਹੋਏ ਟਰੰਪ ਹੁਣੀ, 2026 ਦੀ ਗੱਲ ਕਰਨ, ਹੁਣ ਜਿਹੜੀਆਂ ਇਲੈਕਸ਼ਨ ਹੋਣੀਆਂ ਉੱਥੇ ਕਿੱਦਾਂ ਵੀ ਜਿਹੜੀ ਇੰਟੈਗ੍ਰਿਟੀ ਰਹਿ ਸਕਦੀ ਆ। ਤੇ ਉਹ ਕੈਰੋਲਿਨ ਲੇਵਿਟ ਹੁਣੀ ਕਹਿੰਦੇ ਆ ਵੀ ਇਸੇ ਬੇਸ ਦੇ ਉੱਤੇ ਉਹ ਆਪਣਾ ਜਿਹੜੀ ਆ ਉਹ ਭਾਸ਼ਣ ਦੇਣਗੇ ਵੀ ਕਿਸ ਤਰ੍ਹਾਂ ਚਾਈਨਾ ਵਾਲਿਆਂ ਨੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹੜੀਆਂ ਚੀਜ਼ਾਂ ਦੇ ਵਿੱਚ ਇੰਪਰੂਵਮੈਂਟ ਕੀਤੀ ਜਾ ਸਕਦੀ ਆ। ਕਹਿੰਦੇ ਵੀ ਕਾਂਗਰਸ ਨੂੰ ਸੇਵ ਅਮਰੀਕਾ ਐਕਟ ਪਾਸ ਕਰਨਾ ਚਾਹੀਦਾ, ਜਿਹਦੇ ਮੁਤਾਬਕ ਪ੍ਰੂਫ ਆਫ ਸਿਟੀਜ਼ਨਸ਼ਿਪ ਰਿਕੁਆਇਰ ਹੋਣੀ ਚਾਹੀਦੀ ਆ ਤੇ ਵੋਟ ਪਾਉਣ ਵਾਲੇ ਦੇ ਕੋਲ ID ਰਿਕੁਆਇਰ ਹੋਣੀ ਚਾਹੀਦੀ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਨਤੀਸ਼ ਕੌਸ਼ਲ, ਜਿਸ ਨੂੰ ਉਰਫ ਲਾਲਾ ਦੇ ਨਾਮ ਦੇ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਸੀ, ਕੱਲ ਹੀ ਆਪਾਂ ਗੱਲ ਕਰ ਰਹੇ ਸੀ ਵੀ ਉਸ ਦਾ ਵਾਂਟਡ ਦਾ ਪੋਸਟਰ FBI ਨੇ ਕੁਝ ਦਿਨ ਪਹਿਲਾਂ ਹੀ ਜਿਹੜਾ ਉਹ ਜਾਰੀ ਕੀਤਾ ਸੀਗਾ, ਉਹ ਅੱਜ ਵਰਮੌਂਟ ਦੇ ਵਿੱਚ ਫੜਿਆ ਜਾ ਚੁੱਕਾ ਹੈਗਾ ਆ।
ਨਤੀਸ਼ ਕੌਸ਼ਲ ਉਰਫ ਲਾਲਾ, ਜੋ ਕਿ FBI ਦੀ ਮੋਸਟ ਵਾਂਟਡ ਸੂਚੀ 'ਚ ਸੀਗਾ, ਉਹਨੂੰ ਬਰਵਾਂਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਆ। ਇਸ ਖਬਰ ਦੀ ਜਿਹੜੀ ਪੁਸ਼ਟੀ ਆ FBI ਦੀ ਆਪਣੀ ਜਿਹੜੀ ਮੋਸਟ ਵਾਂਟਡ ਜਿਹੜੀ ਖਾਤਾ ਹੈਗਾ, ਆਫੀਸ਼ੀਅਲ ਖਾਤਾ ਆ, ਅਧਿਕਾਰਤ ਖਾਤਾ ਆ, ਉਸ ਦੇ ਵੱਲੋਂ ਅੱਜ 14 ਜੁਲਾਈ ਨੂੰ ਕੀਤੀ ਗਈ ਆ। ਇਸ ਦੇ ਉੱਤੇ ਇਹ ਦੋਸ਼ ਆ ਕੌਸ਼ਲ ਦੇ ਉੱਤੇ, ਲਾਲੇ ਦੇ ਉੱਤੇ ਵੀ ਇਹ ਜੱਗੂ ਭਗਵਾਨਪੁਰੀਆ ਗਰੋਹ ਦੇ ਨਾਲ, ਗੈਂਗ ਦੇ ਨਾਲ ਸੰਬੰਧਿਤ ਆ, ਜਿਸ ਦੇ ਵਿੱਚ ਕਤਲ, ਅਗਵਾ, ਨਸ਼ਾ ਤਸਕਰੀ, ਹਥਿਆਰ ਤਸਕਰੀ, ਮਨੀ ਲਾਂਡਰਿੰਗ ਵਰਗੇ ਕਈ ਗੰਭੀਰ ਦੋਸ਼ ਇਸ ਦੇ ਉੱਤੇ ਲੱਗੇ ਹੋਏ ਆ। 25 ਜੂਨ ਨੂੰ ਅਮਰੀਕੀ ਅਦਾਲਤ ਨੇ ਰੀਕੋ ਐਕਟ ਦੇ ਤਹਿਤ ਜਿਹੜੀਆਂ ਸਾਜ਼ਿਸ਼ਾਂ ਦੇ ਤਹਿਤ ਇਸ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਸੀਗੇ। ਜਿਹੜਾ ਆਪਰੇਸ਼ਨ ਹਾਰਡਬਾਲ ਦੇ ਤਹਿਤ ਹਰਜੋਤ ਸਿੰਘ ਜੀ ਨਾਮ ਆਏ ਸੀ, ਉਹਨਾਂ ਦੇ ਵਿੱਚ ਇੱਕ ਨਾਮ ਨਤੀਸ਼ ਕੌਸ਼ਲ ਉਰਫ ਲਾਲਾ ਦਾ ਵੀ ਸੀਗਾ। ਤੇ ਅੱਜ ਇਹ ਦੱਸਿਆ ਜਾ ਰਿਹਾ, FBI ਨੇ ਖੁਦ ਦੱਸਿਆ ਵੀ ਇਸ ਨੂੰ ਵਰਮੌਂਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਗੁਰਿੰਦਰ ਦਿਓ ਵੀ ਵਿੱਚ ਹੀ ਨਾਮ ਸੀਗਾ, ਉਸ ਨੂੰ ਉਹਨਾਂ ਨੇ ਬਾਹਰਲੇ ਮੁਲਕ ਤੋਂ ਗ੍ਰਿਫਤਾਰ ਕਰ ਲਿਆ ਹੈਗਾ ਆ। ਹਾਂਜੀ, ਫਰਾਂਸ ਤੋਂ ਗ੍ਰਿਫਤਾਰ ਜਿਹੜਾ ਉਹ ਕੀਤਾ ਸੀਗਾ। ਸੋ ਇਹ ਚੀਜ਼ ਜਿਹੜੀ ਉਹ ਆਪਾਂ ਦੇਖ ਰਹੇ ਹਾਂ ਵੀ ਕਾਫੀ ਜ਼ਿਆਦਾ ਜਿਹੜੇ ਗੈਂਗਸਟਰਸ ਆ ਉਹਨਾਂ ਨੂੰ ਗ੍ਰਿਫਤਾਰ ਕੀਤੇ ਆ। ਬਿਸ਼ਨੋਈ ਤੇ ਜਿਹੜਾ SHO ਨਾਗਰਾ ਆ, ਉਸ ਦੀ ਹਵਾਲਗੀ ਦੇ ਉੱਤੇ ਜਿਹੜੀ ਇਹ ਕੰਮ ਆ ਉਹ ਸ਼ੁਰੂ ਅਮਰੀਕਾ ਦੇ ਦੁਆਰਾ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਉਸ ਨੂੰ ਇੱਥੇ ਵੀ ਲਿਆਉਣ ਦੀ ਕੋਸ਼ਿਸ਼ਾਂ ਜਿਹੜੀਆਂ ਨਾਲ ਦੇ ਨਾਲ ਚੱਲ ਰਹੀਆਂ ਹੈਗੀਆਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਬਾਰਡਰ ਨੂੰ ਟੋਟਲੀ ਬੰਦ ਕਰ ਦਿੱਤਾ ਆ। ਬਹੁਤ ਸਾਰੇ ਜਿਹੜੇ ਗੈਂਗਸ, ਕ੍ਰਿਮੀਨਲ ਬੰਦੇਜ਼ ਆ, ਉਹਨਾਂ ਨੂੰ ਜੇਲ੍ਹਾਂ 'ਚ ਸਿੱਟਿਆ ਆ ਜਾਂ ਉਹਨਾਂ ਨੂੰ ਅਰੈਸਟ ਕਰ ਰਹੇ ਹੈਗੇ ਆ। ਹੁਣ ਇੱਕ ਖਬਰ ਆ ਰਹੀ ਆ, ਤੁਸੀਂ ਲਾਲਾ ਦੀ ਗੱਲ ਕਰ ਦਿੱਤੀ ਆਲਰੇਡੀ, ਉਹ ਤੋਂ ਬਾਅਦ ਇੱਕ LA ਬੇਸਡ ਸਟਰੀਟ ਗੈਂਗ ਮੈਂਬਰ ਸੀਗਾ, ਉਹਨੂੰ 9 ਸਾਲਾਂ ਦੀ ਫੈਡਰਲ ਸਜ਼ਾ ਜਿਹੜੀ ਸੁਣਾਈ ਗਈ ਆ। $2.8 ਮਿਲੀਅਨ ਦੇ ਬੈਂਕ ਫਰਾਡ ਐਡਵਰਟਾਈਜ਼ ਉਹਨ ਕੀਤੇ ਸੀ ਇੰਸਟਾਗ੍ਰਾਮ ਤੇ। ਸੋ ਇਹ ਕੀ ਕਰਦਾ ਸੀ, ਚੇਜ਼ ਮੈਥਿਊ ਗ੍ਰਿਫਨ, ਜਿਹਦਾ ਨਿਕਨੇਮ ਕਰਕੇ ਟਰੇ ਜਾਣਿਆ ਜਾਂਦਾ, ਅਟਲਾਂਟਾ ਦਾ ਰਹਿਣ ਵਾਲਾ, ਇਹਨ ਕਹਿੰਦੇ $3,07,000 ਦੇ ਲੋਕਾਂ ਦੇ ਚੈੱਕ ਲੋਕਾਂ ਦੇ ਮੇਲ ਬਾਕਸ ਚੋਂ ਚੋਰੀ ਕੀਤੇ ਤੇ ਉਹ ਐਡਵਰਟਾਈਜ਼ ਕੀਤਾ ਵੀ ਜੇ ਕੋਈ ਮੈਨੂੰ ਆਪਣਾ ਅਕਾਊਂਟ ਨੰਬਰ ਦੇਵੇ ਤੇ ਤੁਹਾਡੇ ਅਕਾਊਂਟ 'ਚ ਅਸੀਂ ਚੈੱਕ ਜਮ੍ਹਾਂ ਕਰਾਵਾਂਗੇ ਤੇ ਉਹ ਤੋਂ ਬਾਅਦ ਵਿਦਿਨ ਕੁਛ ਆਵਰ 'ਚ ਅਸੀਂ ਪੈਸੇ ਕਢਾ ਲਾਂਗੇ ਤੇ ਬਾਕੀ ਅੱਧਾ ਹਿੱਸਾ ਜਾਂ ਕੁਛ ਹਿੱਸਾ ਉਹਨਾਂ ਨੂੰ ਵੀ ਦਿੰਦਾ ਸੀ। ਸੋ ਗ੍ਰਿਫਨ ਨੇ ਗਿਲਟੀ ਪਲੀ ਕਰ ਲਿਆ, ਮਾਰਚ 5 ਨੂੰ ਕੀਤਾ ਸੀ ਤੇ ਹੁਣ ਉਹਨੂੰ ਜਿਹੜੀ ਸਜ਼ਾ ਆ ਉਹ 9 ਸਾਲਾਂ ਦੀ ਫੈਡਰਲ ਪ੍ਰਿਜ਼ਨ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਜੀ ਅਗਲੀ ਜਿਹੜੀ ਅਗਲੀ ਜਿਹੜੀ ਗੱਲ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜਾ ਆਈਸਬਰਗ ਲੈਟਸ ਜਿਸ ਦੇ ਨਾਲ ਜਿਹੜਾ ਸਾਈਕਲੋਸਪੋਰਾ ਆਊਟਬ੍ਰੇਕ ਹੋਇਆ ਆ, ਜਿਸ ਦੀ ਅੱਜ ਫ੍ਰੈਜ਼ਨੋ ਕਾਉਂਟੀ ਨੇ ਵੀ ਪੁਸ਼ਟੀ ਕੀਤੀ ਆ ਵੀ ਇੱਥੇ ਵੀ ਇੱਕ ਕੇਸ ਆ ਚੁੱਕਾ। ਇੱਥੋਂ ਦੇ ਹੈਲਥ ਅਧਿਕਾਰੀਆਂ ਨੇ ਉਹ ਕਹਿੰਦੇ ਵੀ ਉਹ ਜਿਹੜੀ ਲੈਟਸ ਆ ਉਹ ਟਾਕੋ ਬੈਲ ਦੇ ਨਾਲ ਜੁੜੀ ਹੋਈ ਦੱਸੀ ਜਿਹੜੀ ਉਹ ਜਾ ਰਹੀ ਆ। ਜਿਹੜੀ ਸ਼੍ਰੈਡਡ ਆਈਸਬਰਗ ਲੈਟਸ ਟੇਲਰ ਫਾਰਮ ਦੇ ਦੁਆਰਾ ਸਪਲਾਈ ਕੀਤੀ ਗਈ ਆ, ਉਹ ਟਾਕੋ ਬੈਲ ਰੈਸਟੋਰੈਂਟਸ ਦੇ ਉੱਤੇ ਵੇਚੀ ਗਈ ਆ। ਇਹ ਮਲਟੀ ਸਟੇਟ ਆਊਟਬ੍ਰੇਕ ਸਾਈਕਲੋਸਪੋਰੋਸਿਸ ਦਾ ਜਿਹੜਾ ਉਹ ਹੋਇਆ ਆ, ਜਿਸ ਦੇ ਨਾਲ ਢਿੱਡ ਨੂੰ ਕਹਿ ਲਓ ਵੀ ਮਰੋੜੇ ਜਿਹੜੇ ਉਹ ਪੈ ਜਾਂਦੇ ਆ ਤੇ ਬੇਸਿਕਲੀ ਇੰਟੈਸਟਾਈਨ ਇਲਨੈਸ ਜਿਹੜੀ ਉਹ ਹੋ ਜਾਂਦੀ ਹੈ। ਮਾਈਕਰੋਸਕੋਪਿਕ ਪੈਰਾਸਾਈਟ ਆ ਜੋ ਕਿ ਇਸ ਆਈਸਬਰਗ ਲੈਟਸ ਦੇ ਵਿੱਚ ਮੌਜੂਦ ਸੀਗਾ। ਸੋ ਫਾਰ ਅਮਰੀਕਾ ਦੇ ਵਿੱਚ 7000 ਤੋਂ ਵੱਧ ਕਨਫਰਮ ਕੇਸ ਜਿਹੜੇ ਆ ਉਹ ਆ ਚੁੱਕੇ ਆ। 1 ਮਈ ਤੋਂ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈਗੀ ਆ। ਡਾਟਾ ਜਿਹੜਾ CDC ਨੇ ਜਿਹੜਾ ਹੁਣ ਪਬਲਿਸ਼ ਕੀਤਾ ਆ, ਕਨਫਰਮ ਕੇਸਿਸ ਕਹਿੰਦੇ ਵੀ ਪਿਛਲੇ ਸਾਲ ਦੇ ਨਾਲੋਂ 6 ਗੁਣਾ ਵੱਧ ਦੱਸੇ ਜਾ ਗਏ ਆ। ਇਹ 7000 ਕਨਫਰਮਡ ਕੇਸਿਸ ਦੇ ਵਿੱਚ 141 ਲੋਕਾਂ ਨੂੰ ਹਸਪਤਾਲ 'ਚ ਦਾਖਲ ਜਿਹੜਾ ਉਹ ਕਰਾਉਣਾ ਪਿਆ ਸੀਗਾ। ਸੋ ਕਹਿੰਦੇ ਵੀ ਇਹ ਜਿਹੜੀ ਆਊਟਬ੍ਰੇਕ ਆ ਇਹ ਰੀਜਨ ਇੱਕ ਜਿਹੜਾ ਹੈਗਾ ਜਿਹੜਾ ਕਿ ਮਿਡਵੈਸਟ ਦੇ ਵਿੱਚ ਆ ਉਹਦੇ ਨਾਲ ਆ। CDC ਨੇ ਜਿਹੜੇ 4 ਹੋਰ ਕੇਸ ਆਇਡੈਂਟੀਫਾਈ ਜਿਹੜੇ ਕੀਤੇ ਆ, ਮਿਸ਼ੀਗਨ, ਓਹਾਇਓ, ਵੈਸਟ ਵਰਜੀਨੀਆ, ਕੰਟਕੀ ਤੇ ਹੁਣ ਕੈਲੀਫੋਰਨੀਆ ਦਾ ਨਾਮ ਵੀ ਜੋੜ ਸਕਦੇ, ਕਿਉਂਕਿ ਕੱਲ ਹੀ ਜਿਹੜੀ ਫ੍ਰੈਜ਼ਨੋ ਕਾਉਂਟੀ ਨੇ ਕਨਫਰਮ ਕੀਤਾ ਵੀ ਇੱਥੇ ਸਾਈਕਲੋਸਪੋਰੋਸਿਸ ਦਾ ਕੇਸ ਜਿਹੜਾ ਉਹ ਕਨਫਰਮ ਹੋਇਆ ਹੈਗਾ ਆ। CDC ਨੇ ਆਉਂਦਾ, ਟਰੰਪ ਪ੍ਰਸ਼ਾਸਨ ਨੇ ਬਹੁਤ ਸਾਰੀ ਜਿਹੜੀ ਰਾਸ਼ੀ ਆ ਇਹ ਵੱਖ-ਵੱਖ ਚੀਜ਼ਾਂ ਦੀ ਮੋਨੀਟਰਿੰਗ ਕਰਨ ਵਾਲੀ ਉਸ ਨੂੰ ਕੱਟ ਕਰ ਦਿੱਤਾ ਸੀਗਾ ਤੇ ਹੁਣ ਲੋਕ ਹੈਰਾਨ ਇਸ ਕਰਕੇ ਵੀ ਨਹੀਂ ਹੋ ਰਹੇ ਵੀ ਜਿਸ ਚੀਜ਼ ਦੀ ਨਿਗਰਾਨੀ ਰੱਖੀ ਜਾਣੀ ਚਾਹੀਦੀ ਸੀ ਉਸ ਦੇ ਵਿੱਚੋਂ ਜਦੋਂ ਸਿਸਟਮ ਹੀ ਬੰਦ ਕਰ ਦਿੱਤੇ ਤਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਫਿਰ ਸੁਭਾਵਿਕ ਸੀਗੀਆਂ। ਪਰ ਇਹ ਆ ਵੀ ਇਹ ਟਾਕੋ ਬੈਲ ਦੇ ਤੋਂ ਵਿਕੇ ਜਿਹੜੇ ਸ਼੍ਰੈਡਡ ਆਈਸਬਰਗ ਲੈਟਸ ਆ ਉਹਦੇ ਨਾਲ ਜੁੜੀ ਜਿਹੜੀ ਇਹ ਚੀਜ਼ ਦੱਸੀ ਜਾ ਰਹੀ ਆ ਵੀ ਉੱਥੋਂ ਇਹ ਸਾਰਾ ਕੁਝ ਹੁੰਦਾ ਆ। ਸੋ ਬੇਸਿਕਲੀ ਬੰਦੇ ਨੂੰ ਟੱਟੀਆਂ ਲੱਗ ਜਾਂਦੀਆਂ ਆ,
ਨਾ ਭੁੱਖ ਲੱਗਦੀ ਆ ਤੇ ਢਿੱਡ ਦੇ ਵਿੱਚ ਮਰੋੜ ਜਿਹੜੇ ਆ ਉਹ ਪੈਣੇ ਸ਼ੁਰੂ ਹੋ ਜਾਂਦੇ ਆ। ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਆ ਵੀ ਟਾਕੋ ਬੈਲ ਦੇ ਉੱਤੇ ਜਿਹੜੇ ਲੈਟਸ ਸੀ ਉਹਨਾਂ ਨੇ ਟੇਲਰ ਫਾਰਮਸ ਇਹ ਜੋ ਸਲੀਨਸ ਦੇ ਵਿੱਚ ਆ ਉਹ ਸਪਲਾਈ ਕਰਦੇ ਆ ਟਾਕੋ ਬੈਲ ਨੂੰ। ਸੋ ਉੱਥੋਂ ਇਹ ਅੱਗੇ ਜਿਹੜੀ ਫੈਲੀ ਹੈਗੀ ਆ। ਹੁਣ ਤੱਕ 3000 ਤੋਂ ਵੱਧ ਜਿਹੜੇ ਕੇਸ ਆ ਉਹ 3300 ਕੇਸ ਜਿਹੜੇ ਪੂਰੇ ਕਨਫਰਮ ਹੋ ਚੁੱਕੇ ਆ। ਫ੍ਰਿਜ਼ਨੋ ਚ ਵੀ ਪਹਿਲੀ ਵਾਰ ਇਨਫੈਕਟ ਹੋਇਆ ਹਰਜੋਤ ਸਿੰਘ ਜੀ ਦੱਸਿਆ ਗਿਆ। 7000 ਕਨਫਰਮਡ ਕੇਸ ਦੱਸ ਰਹੇ ਆ ਸੀਡੀਸੀ ਦਾ ਆਪਣੇ ਜਿਹੜਾ ਆંકੜਾ ਆ। ਜਾਂ ਵਾਸ਼ਿੰਗਟਨ ਪੋਸਟ ਇੰਨਾ ਦੱਸਦਾ ਸੀ ਤੇ ਹੋ ਸਕਦਾ 7 ਹੀ ਹੋਵੇ। ਸੋ ਕਈ ਹੋਰ ਜਿਹੜੀਆਂ ਸਟੇਟਾਂ ਆ ਮਿਸ਼ੀਗਨ, ਓਹਾਇਓ, ਕੰਟਕੀ, ਵੈਸਟ ਵਰਜੀਨੀਆ ਉਹਨਾਂ ਦੇ ਵਿੱਚ ਵੀ ਜਿਹੜੇ ਕੇਸਿਸ ਆ ਪਾਏ ਗਏ ਹੈਗੇ ਆ। ਜਿਹੜੇ ਟੇਲਰ ਫਾਰਮਸ ਆ ਜਿਨ੍ਹਾਂ ਦਾ ਹੈੱਡਕੁਆਟਰ ਕੈਲੀਫੋਰਨੀਆ ਗੋਲਡਨ ਸਟੇਟ ਦਾ ਸਲੀਨਸ ਦੇ ਵਿੱਚ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਦੇ ਜਿਹੜੀ ਆ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਸਾਈਕਲੋਸਪੋਰਾ ਇੱਕ ਮਾਈਕਰੋਸਕੋਪਿਕ ਜਿਹੜਾ ਸਪੈਰੀਕਲ ਪੈਰਾਸਾਈਟ ਹੁੰਦਾ ਆ, ਮੱਛਰ ਟਾਈਪ ਜਿਹਾ ਹੁੰਦਾ ਆ, ਜਿਹੜਾ ਵਾਟਰ ਡਾਇਰੀਆ ਜਿਹੜਾ ਉਹ ਕ੍ਰੀਏਟ ਕਰਦਾ ਹੈਗਾ। ਸੋ ਇਹ ਲਾਈਫ ਥ੍ਰੈਟਨਿੰਗ ਤਾਂ ਨਹੀਂ ਹੁੰਦਾ, ਐਂਟੀਬਾਇਓਟਿਕਸ ਦੇ ਨਾਲ ਟਰੀਟ ਹੋ ਜਾਂਦਾ ਹੈ ਡਾਕਟਰਸ ਕਹਿੰਦੇ ਆ, ਪਰ ਬੰਦੇ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਬਿਮਾਰ ਜ਼ਿਆਦਾ ਹੋ ਜਾਂਦਾ ਹੈਗਾ ਜੀ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ। ਬੇਕਰਸਫੀਲਡ 'ਚ ਇੱਕ ਬੰਦੇ ਨੂੰ ਜਿਹੜੀ ਆ ਉਹਨੂੰ ਪੁਲਿਸ ਵਾਲੇ ਲੱਭ ਰਹੇ ਹੈਗੇ ਆ ਜਿਹਨੇ 7 ਅੱਗਾਂ ਲਾਈਆਂ, ਜਿਨ੍ਹਾਂ ਦੇ ਵਿੱਚੋਂ ਇੱਕ ਰੈਸਟੋਰੈਂਟ ਵੀ ਸੀਗਾ। ਫਾਇਰ ਡਿਪਾਰਟਮੈਂਟ ਨੇ ਕਿਹਾ ਵੀ ਲਾਸਟ ਟਾਈਮ ਜਦੋਂ ਇਸ ਬੰਦੇ ਨੂੰ ਦੇਖਿਆ ਗਿਆ ਸੀ 700 ਬਲਾਕ ਆਫ ਈਸਟ 19th ਸਟਰੀਟ ਦੇ ਉੱਤੇ ਦੇਖਿਆ ਗਿਆ ਸੀਗਾ ਤੇ ਇੱਕ ਬਹੁਤ ਹੀ ਮਸ਼ਹੂਰ ਰੈਸਟੋਰੈਂਟ ਆ ਬੇਕਰਸਫੀਲਡ ਦਾ, ਉੱਥੇ ਵੀ ਇਸ ਨੇ ਜਿਹੜੀ ਅੱਗ ਲਾਈ। ਸਸਪੈਕਟ ਜਿਹੜਾ ਆ 5 ਫੁੱਟ 5 ਇੰਚ ਕਰਕੇ ਦੱਸਿਆ ਜਾ ਰਿਹਾ ਆ ਤੇ ਡਾਰਕ ਕਲਰਡ ਦੇ ਉਹਨ ਕੱਪੜੇ ਪਾਏ ਹੋਏ ਆ ਜਿਨ੍ਹਾਂ ਦੇ ਵਿੱਚ ਟੀ-ਸ਼ਰਟ, ਨੀਲੀ ਜੀਨ ਹੈਗੀ ਆ, ਲਾਈਟ ਕਲਰਡ ਉਹਦੇ ਬੂਟਸ ਹੈਗੇ ਆ ਤੇ ਕੈਪ ਉਹਨ ਸਿਰ ਦੇ ਉੱਤੇ ਲਈ ਹੋਈ ਹੈਗੀ ਆ। ਸੋ ਜੇ ਕਿਸੇ ਨੂੰ ਇਨਫੋਰਮੇਸ਼ਨ ਹੋਵੇ ਤਾਂ ਕੈਲੀਫੋਰਨੀਆ ਦੀ ਫਾਇਰ ਡਿਪਾਰਟਮੈਂਟ ਦਾ ਜਿਹੜਾ ਆਰਸਨ ਇਨਵੈਸਟੀਗੇਟਰ ਯੂਨਿਟ ਆ 6613263699 ਉੱਥੇ ਕੰਟੈਕਟ ਕਰ ਸਕਦੇ ਹੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਟਰਲਕ ਸਮੇਤ 4 ਸ਼ਹਿਰਾਂ ਦੇ ਉਲਟ ਲਾਸੂਟ ਦਰਜ ਜਿਹੜਾ ਉਹ ਕੀਤਾ ਆ ਵੀ ਇਹਨਾਂ ਦੇ ਦੁਆਰਾ ਜਿਹੜਾ ਹਾਊਸਿੰਗ ਐਲੀਮੈਂਟ ਲਾਅ ਆ ਉਸ ਨੂੰ ਅਡਾਪਟ ਨਹੀਂ ਕੀਤਾ ਜਾ ਰਿਹਾ ਤੇ ਉਸ ਨੂੰ ਇਹ ਕੰਪਲਾਈ ਨਹੀਂ ਕਰ ਰਹੇ। ਟਰਲੌਕ, ਕੋਸਟਾ ਮੈਸਾ, ਹਾਫ ਮੂਨ ਬੇ, ਕਲੈਕਸੀਕੋ ਤੇ ਰਿਜ ਕ੍ਰੈਸਟ ਦੇ ਉਲਟ ਇਹ ਲਾਸੂਟ ਹੈਗੇ ਆ। ਕਹਿੰਦੇ ਵੀ ਜਿਹੜੀਆਂ ਉੱਥੋਂ ਦੀਆਂ ਲੋਕਲ ਸਰਕਾਰਾਂ ਆ ਉਹਨਾਂ ਦੀ ਪਲੈਨਿੰਗ ਦੇ ਵਿੱਚ ਜਿਹੜੀ ਹਾਊਸਿੰਗ ਦੀਆਂ ਨੀਡਸ ਨੂੰ ਲੈ ਕੇ ਵਿਸ਼ੇਸ਼ ਕਾਨੂੰਨ ਪਾਸ ਹੋਇਆ ਸੀ ਉਸ ਨੂੰ ਜਿਹੜਾ ਇਹ ਕੰਪਲਾਈਂਸ ਦੇ ਵਿੱਚ ਨਹੀਂ ਹੈਗੇ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਮੌਂਟਾਨਾ ਨੇ ਕਿਹਾ ਵੀ 95% ਕੈਲੀਫੋਰਨੀਆ ਦੇ ਜਿਹੜੇ ਸ਼ਹਿਰ ਆ ਉਹ ਇਸ ਹਾਊਸਿੰਗ ਪਲਾਨਿੰਗ ਰਿਕੁਆਇਰਮੈਂਟ ਦੇ ਕੰਪਲਾਈਂਸ ਦੇ ਵਿੱਚ ਆ ਤੇ ਇਸੇ ਲਈ ਜਿਹੜੇ ਇਹ ਸ਼ਹਿਰ ਨਹੀਂ ਮੰਨ ਰਹੇ ਤਾਂ ਉਹਨਾਂ ਨੂੰ ਅਸੀਂ ਜਵਾਬਦੇਹ ਅਕਾਊਂਟੇਬਲ ਬਣਾ ਰਹੇ ਹੈਗੇ ਆ। ਪਿਛਲੇ ਮਹੀਨਿਆਂ ਦੇ ਵਿੱਚ ਟਰਲਕ ਤੇ ਮੇਅਰ ਐਮੀ ਬੋਬਲੈਕ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਸ਼ਹਿਰ ਦੀ ਮੁੱਢਲੀ ਹਾਊਸਿੰਗ ਪਲਾਨ ਆ ਉਸ ਨੂੰ ਅਪਰੂਵ ਸਟੇਟ ਦੇ ਦੁਆਰਾ ਨਹੀਂ ਕੀਤਾ ਗਿਆ ਤੇ ਜਿਹੜੇ ਅਧਿਕਾਰੀ ਆ ਉਹ ਇਸ ਨੂੰ ਐਡਰੈਸ ਕਰਨ ਦੇ ਲਈ ਕੰਮ ਜਿਹੜੇ ਉਹ ਕਰ ਰਹੇ ਸੀਗੇ। ਲਾਸੂਟ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਜਿਹੜਾ ਟਰਲਕ ਆ ਉਹਨੂੰ ਰਿਕੁਆਇਰਡ ਸੀਗਾ ਵੀ ਉਹ ਅਪਡੇਟ ਕੀਤਾ ਹੋਇਆ ਹਾਊਸਿੰਗ ਐਲੀਮੈਂਟ ਦਸੰਬਰ 2023 ਤੱਕ ਸਬਮਿਟ ਕਰਾਉਂਦੇ ਤੇ ਕਹਿੰਦੇ ਵੀ ਸਾਡੇ ਕੋਲ ਰਿਵਾਈਜ਼ਡ ਪਲਾਨ 2024 ਤੱਕ ਵੀ ਨਹੀਂ ਆਇਆ ਤੇ ਜਿਹੜੇ ਲੇਟੈਸਟ ਵਰਜ਼ਨ ਇਸ ਮਹੀਨੇ ਦੇ ਵਿੱਚ ਰਿਵਿਊ ਕੀਤਾ ਗਿਆ ਆ ਤਾਂ ਉਹਦੇ ਵਿੱਚ ਕਹਿੰਦੇ ਆ ਵੀ ਇਹ ਅਜੇ ਵੀ ਜਿਹੜਾ ਹਾਊਸਿੰਗ ਐਲੀਮੈਂਟ ਬਿੱਲ ਹੈਗਾ ਆ ਉਸ ਨੂੰ ਪੂਰੀ ਤਰ੍ਹਾਂ ਸੈਟੀਸਫਾਈ ਨਹੀਂ ਕਰਦਾ, ਉਹਦੀਆਂ ਜਿੰਨੀਆਂ ਵੀ ਲੀਗਲ ਰਿਕੁਆਇਰਮੈਂਟਸ ਹੈਗੀਆਂ ਆ। ਸਿਟੀ ਆਫ ਟਰਲਕ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਇਹ ਕਿਹਾ ਵੀ ਅਸੀਂ ਪ੍ਰੋਗਰੈਸ ਕਰ ਰਹੇ ਹਾਂ ਉਸ ਪਾਸੇ ਵੱਲ ਨੂੰ ਕੰਪਲਾਇੰਸ ਹੋਣ ਦੇ ਲਈ ਤੇ ਕਹਿੰਦੇ ਵੀ ਸਾਡੀ ਫਾਈਨਲ ਸਟੈਪ ਇਹ ਹੈਗਾ ਆ ਵੀ ਨਵੇਂ ਜਿਹੜੇ ਰਿਕੁਆਇਰਡ ਰੀਜ਼ੋਨਿੰਗ ਰੂਲਸ ਆ ਉਹਨਾਂ ਨੂੰ ਅਡਾਪਟ ਕਰ ਸਕੀਏ। ਸੋ ਜਿਹੜਾ ਟਰਲਕ ਆ ਉਹ ਇਸ ਮੌਕੇ ਚਰਚਾ ਦਾ ਵਿਸ਼ਾ ਇਸ ਗੱਲੋਂ ਜਿਹੜਾ ਉਹ ਬਣਿਆ ਆ ਵੀ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਹੁਣਾਂ ਨੇ ਟਰਲਕ ਸਮੇਤ 4 ਹੋਰ ਸ਼ਹਿਰਾਂ ਨੂੰ ਜਿਹੜਾ ਆ ਉਹ ਲਾਸੂਟ ਦੇ ਵਿੱਚ ਨਾਮਦਰਜ ਜਿਨ੍ਹਾਂ ਦਾ ਕਰਾਇਆ ਆ ਵੀ ਹਾਊਸਿੰਗ ਐਲੀਮੈਂਟ ਲਾ ਨੂੰ ਇਹ ਪੂਰੀ ਤਰ੍ਹਾਂ ਨਹੀਂ ਕਰ ਰਹੇ। ਉਸ ਕਾਨੂੰਨ ਦੇ ਤਹਿਤ 2.5 ਮਿਲੀਅਨ ਨਵੇਂ ਐਡੀਸ਼ਨਲ ਜਿਹੜੇ ਹੋਮਸ ਆ ਉਹ ਸਟੇਟ ਵਾਈਡ ਜਿਹੜੇ ਉਹ ਬਣ ਸਕਦੇ ਆ
ਬਣਾਉਣੇ ਚਾਹੀਦੇ ਆ। ਪਰ ਦੇਖੋ ਕਈ ਸ਼ਹਿਰਾਂ ਕਈ ਕਾਉਂਟੀਜ਼ ਦੇ ਵਿੱਚ ਹੋਰ ਵੀ ਕਈ ਤਰੀਕੇ ਦੀ ਬਿਊਰੋਕ੍ਰੇਸੀ ਤੇ ਰੈੱਡ ਟੇਪ ਦੇ ਕਰਕੇ ਚੀਜ਼ਾਂ ਜਿਹੜੀਆਂ ਉਹ ਲੇਟ ਦੇਖਣ ਨੂੰ ਹੋ ਰਹੀਆਂ ਆ। ਸੈਕਰਾਮੈਂਟੋ ਹੋਮਲੈਸ ਯੂਨੀਅਨ ਨੇ ਇੱਕ ਫੈਡਰਲ ਸਿਵਲ ਲਾਸੂਟ ਫਾਈਲ ਕੀਤਾ ਹੈ ਬੁੱਧਵਾਰ ਨੂੰ ਅਗੇਂਸਟ ਸਿਟੀ ਆਫ ਸੈਕਰਾਮੈਂਟੋ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਨਲਾਫੁਲੀ ਟਰਮੀਨੇਟ ਕੀਤਾ ਗਿਆ ਹੈ ਮੋਟਲ ਸ਼ੈਲਟਰ ਪ੍ਰੋਗਰਾਮ, ਜਿਹੜਾ ਮੋਟਲਾਂ ਦੇ ਵਿੱਚ ਰਹਿਣ ਲਈ ਉਹਨਾਂ ਨੂੰ ਪ੍ਰੋਗਰਾਮ ਸੀਗਾ, ਜਿਹਦੇ ਨਾਲ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਉਹਨਾਂ ਰੈਜ਼ੀਡੈਂਟਸ ਆ ਉਹ ਡਿਸਪਲੇਸ ਹੋ ਜਾਣੇ ਆ ਉਹਨਾਂ ਨੂੰ ਮੂਵ ਹੋਣਾ ਪਊਗਾ। ਉਹਨਾਂ ਦੇ ਵਿੱਚ ਕਈ ਪਰਿਵਾਰ ਉੱਦਾਂ ਦੇ ਵੀ ਆ ਜਿਨ੍ਹਾਂ ਦੇ ਕੋਲ ਬੱਚੇ ਆ, ਬਜ਼ੁਰਗ ਆ, ਵੈਟਰਨ ਆ ਜਾਂ ਡਿਸੇਬਿਲਿਟੀਜ਼ ਹੈਗੀਆਂ ਆ। ਯੂਐਸ ਡਿਸਟ੍ਰਿਕਟ ਕੋਰਟ ਆਫ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਉੱਥੇ ਲਾ ਸੂਟ ਫਾਈਲ ਕੀਤਾ ਗਿਆ, ਜਿਹਦੇ ਵਿੱਚ ਸਿਟੀ ਆਫ ਸੈਕਰਾਮੈਂਟੋ ਕਮਿਊਨਿਟੀ ਰਿਸਪੌਂਸ ਡਾਇਰੈਕਟਰ ਬ੍ਰਾਇਨ ਪੈਡਰੋ, ਸਟੈਪ ਅਪ ਔਨ ਸੈਕੰਡ ਸਟਰੀਟ ਇਨ ਕਾਰਪੋਰੇਸ਼ਨ, ਮੋਟਲ 6 ਲੋਕੇਸ਼ਨ ਜਿਹੜੀਆਂ ਪਾਰਟਿਸਿਪੇਟ ਕਰਦੀਆਂ ਸੀ ਉਹਨਾਂ ਸਾਰਿਆਂ ਦੇ ਅਗੇਂਸਟ ਜਿਹੜਾ ਲਾ ਸੂਟ ਇਨਕਲੂਡਿੰਗ ਆਰਡਨ ਏਕਰਸ ਮੋਡੂਲਰ ਹੋਮ ਪਾਰਕ ਤੇ ਐਡੀਸ਼ਨਲ ਡਿਫੈਂਡੈਂਟਸ ਜਿਹੜੇ ਆ ਉਹ ਐਡ ਕੀਤੇ ਗਏ ਹੈਗੇ ਆ। ਸੈਕਰਾਮੈਂਟੋ ਹੋਮਲੈਸ ਯੂਨੀਅਨ ਨੇ ਇਹ ਕਿਹਾ ਆ ਵੀ ਇਹ ਸਾਡੇ ਨਾਲ ਬਹੁਤ ਜ਼ਿਆਦਾ ਜਿਹੜਾ ਧੱਕਾ ਹੋ ਰਿਹਾ ਹੈ ਤੇ ਜੱਜ ਨੂੰ ਜਿਹੜਾ ਆ ਸਾਡੇ ਹੱਕ ਦੇ ਵਿੱਚ ਫੈਸਲਾ ਦੇਣਾ ਚਾਹੀਦਾ ਤੇ ਜਿਹੜੀ ਸਿਟੀ ਆ ਉਹਨਾਂ ਨੂੰ ਸਾਰੇ ਇਹ ਜਿਹੜੇ ਪੈਸੇ ਆ ਉਹ ਸਾਡੇ ਲਈ ਜਿਹੜੇ ਜਿੱਦਾਂ ਉਹ ਪਹਿਲਾਂ ਖਰਚ ਕਰ ਰਹੇ ਸੀ ਮੋਟਲ ਦੇ ਵਿੱਚ ਰਹਿਣ ਦੇ ਲਈ ਜਾਂ ਹੋਰ ਸ਼ੈਲਟਰ ਦੇ ਲਈ ਉਦਾਂ ਹੀ ਚਾਲੂ ਰੱਖਣੇ ਚਾਹੀਦੇ ਹੈਗੇ। ਜੀ ਯਾਦ ਹੋਣਾ ਹਰਜੋਤ ਸਿੰਘ ਜੀ, ਚੇਤਾ ਕਰਾਉਂਦੇ ਜਾਈਏ ਆਪਣੇ ਸਰੋਤਿਆਂ ਨੂੰ, ਇੱਕ ਕੈਲੀਫੋਰਨੀਆ ਸਿਟੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੈਲੀਫੋਰਨੀਆ ਦੇ ਜਿਹੜੇ ਬਿਲੀਅਨੇਅਰਸ ਆ ਉਹਨਾਂ ਦੇ ਦੁਆਰਾ, ਪਰ ਉਹਨਾਂ ਦਾ ਇੱਕ ਜਿਹੜਾ ਪ੍ਰੋਜੈਕਟ ਉਹ ਉੱਥੇ ਲਿਆਉਣਾ ਚਾਹੁੰਦੇ ਸੀ ਉਹ ਉਹਨਾਂ ਦੇ ਹੱਥੋਂ ਖਿਸਕ ਗਿਆ ਹੈਗਾ ਆ। ਸੋ ਜਿਹੜਾ ਕਹਿੰਦੇ ਵੀ ਫਿਊਚਰਿਸਟਿਕ ਸਿਟੀ ਪ੍ਰੋਜੈਕਟ ਬੇ ਏਰੀਆ ਦੇ ਵਿੱਚ ਕੈਲੀਫੋਰਨੀਆ ਫੋਰਐਵਰ, ਉਹਨੂੰ ਵੱਡਾ ਝਟਕਾ ਜਿਹੜਾ ਉਹ ਲੱਗਾ। $3.2 ਬਿਲੀਅਨ ਦੀ ਲਾਗਤ ਦਾ ਸ਼ਿਪ ਯਾਰਡ ਪ੍ਰੋਜੈਕਟ, ਜਿਸ ਦੇ ਨਾਲ 10,000 ਪੱਕੀਆਂ ਜੌਬਸ ਤੇ ਹਜ਼ਾਰਾਂ ਜਿਹੜੀਆਂ ਯੂਨੀਅਨ ਕੰਸਟਰਕਸ਼ਨ ਜੌਬ ਸਲਾਨੋ ਕਾਉਂਟੀ 'ਚ ਆ ਸਕਦੀਆਂ ਸੀਗੀਆਂ, ਉਹ ਹੁਣ ਇਹਨਾਂ ਦੇ ਹੱਥੋਂ ਖੁੱਸ ਗਈਆਂ ਆ। ਸਰੋਨਿਕ ਟੈਕਨੋਲੋਜੀ ਜਿਹੜੀ ਕਿ ਟੈਕਸਸ ਦੇ ਆਸਟਨ ਬੇਸਡ ਡਿਫੈਂਸ ਕੰਟਰੈਕਟਰ ਆ, ਉਹਨਾਂ ਨੇ ਹੁਣ ਜਿਹੜਾ ਪੋਰਟ ਅਲਫਾ ਜਿਹੜਾ ਨੈਕਸਟ ਜਨਰੇਸ਼ਨ ਆ ਜੋ ਕਿ ਆਟੋਨਮਸ ਸ਼ਿਪ ਯਾਰਡ ਬਣਾਉਣ ਦੀ ਗੱਲ ਕਰ ਰਹੇ ਆ, ਉਹ ਕਹਿੰਦੇ ਵੀ ਹੁਣ ਬਰਾਊਨਸਵਿਲ ਟੈਕਸਸ ਦੇ ਵਿੱਚ ਬਣਾਉਣਗੇ। ਪਹਿਲਾਂ ਇਸ ਦੀ ਜਿਹੜੀ ਚਰਚਾ ਚੱਲ ਰਹੀ ਸੀ ਵੀ ਸਲਾਨੋ ਕਾਉਂਟੀ ਦੇ ਵਿੱਚ ਕੈਲੀਫੋਰਨੀਆ 'ਚ ਬਣਨਾ ਸੀਗਾ। ਸੋ ਕਹਿੰਦੇ ਵੀ ਇਹ ਸਾਰੇ ਪਾਸੇ ਦੇ ਵਿੱਚ ਹੁਣ ਇੱਕ ਦੂਜੇ ਦੇ ਉੱਤੇ ਉਂਗਲਾਂ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ ਆ। ਲੋਕਲ ਤੇ ਜਿਹੜੇ ਸਟੇਟ ਦੇ ਲੀਡਰਸ ਆ ਉਹਨਾਂ ਉੱਤੇ ਦੋਸ਼ ਲੱਗ ਰਹੇ ਆ। ਕਹਿੰਦੇ ਵੀ ਲੇਬਰ ਲੀਡਰ, ਹਾਊਸਿੰਗ ਐਡਵੋਕੇਟ ਤੇ ਵੈਕਾਵਿਲ ਦੇ ਮੇਅਰ ਜੌਨ ਕਾਰਲੀ, ਉਹਨਾਂ ਨੇ ਲੈਸ਼ ਆਊਟ ਕੀਤਾ ਆ ਸੈਕਰਾਮੈਂਟੋ ਦੇ ਵਿੱਚ ਬੈਠੇ ਜਿਹੜੇ ਡੈਮੋਕ੍ਰੇਟਸ ਆ ਤੇ ਲੋਕਲ ਅਧਿਕਾਰੀਆਂ ਦੇ ਉੱਤੇ, ਤੇ ਉਹਨਾਂ ਨੇ ਜਿਹੜਾ ਕਿਹਾ ਆ ਵੀ ਇਹਨਾਂ ਨੇ ਜਾਣਬੁੱਝ ਕੇ ਜਿਹੜੇ ਸਟੇਟ ਸੈਨੇਟਰ ਕ੍ਰਿਸਟੋਫਰ ਕੈਬਲਡੌਨ ਤੇ ਸਲਾਨੋ ਕਾਉਂਟੀ ਦੇ ਜਿਹੜੇ ਸੁਪਰਵਾਈਜ਼ਰ ਆ ਉਹਨਾਂ ਨੇ ਇਸ ਡੀਲ ਦੀ ਪਿੱਠ ਦੇ ਵਿੱਚ ਛੁਰਾ ਜਿਹੜਾ ਮਾਰਿਆ, ਕਿਉਂਕਿ ਇਹ ਸਰੋਨਿਕ ਐਗਜ਼ੈਕਟਿਵਸ ਦੇ ਨਾਲ, ਇਸ ਕੰਪਨੀ ਦੇ ਐਗਜ਼ੈਕਟਿਵਸ ਦੇ ਨਾਲ ਇਹਨਾਂ ਨੇ ਮਿਲਣ ਤੋਂ ਹੀ ਜਿਹੜਾ ਉਹ ਨਾ ਕਰ ਦਿੱਤੀ ਸੀਗੀ। ਸੋ ਇਹ ਹੁਣ ਜਿਹੜਾ ਬਿਲੀਅਨੇਅਰ ਬੈਕਡ ਕੈਲੀਫੋਰਨੀਆ ਸਿਟੀ ਆ ਫੋਰਐਵਰ, ਕੈਲੀਫੋਰਨੀਆ ਫੋਰਐਵਰ, ਉਹਨੂੰ ਇੱਕ ਵੱਡਾ ਜਿਹੜਾ ਝਟਕਾ ਆ ਇਸ ਦੇ ਨਾਲ ਲੱਗਾ ਜਿਹੜਾ ਉਹ ਹੈਗਾ ਆ। ਸੋ ਦੇਖੋ ਅੱਗੇ ਇਸ ਦਾ ਓਵਰਆਲ ਫਿਊਚਰ, ਇਸ ਸ਼ਹਿਰ ਦਾ ਫਿਊਚਰਿਸਟਿਕ ਜਿਹੜੀ ਸਿਟੀ ਬਣਾਉਣ ਦਾ, ਉਹ ਕਿੱਥੇ ਤੱਕ ਜਾ ਕੇ ਇਹਨਾਂ ਦਾ ਪੂਰਾ ਹੁੰਦਾ ਆ। ਇਹ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ, ਇੰਡੀਆ ਦੇ $96 ਤੇ 35 ਪੈਸੇ, ਪਾਕਿਸਤਾਨ ਦੇ $278 ਤੇ 3 ਪੈਸੇ। ਜੀ, ਜੇ ਮਾਰਕੀਟਸ ਦੀ ਗੱਲ ਹਰਜੋਤ ਸਿੰਘ ਜੀ ਆਪਾਂ ਕਰਦੇ ਜਾਈਏ ਤਾਂ ਅੱਜ ਜਿਹੜਾ ਡਾਓ ਜੋਨ ਆ 106 ਪੁਆਇੰਟ ਘਟਿਆ ਤਾਂ 52,553 ਤੇ ਬੰਦ ਹੋਇਆ। S&P 39 ਪੁਆਇੰਟ ਘਟ ਕੇ 7534, ਨੈਸਡੈਕ 300 ਤੇ 87 ਪੁਆਇੰਟ ਘਟ ਕੇ 25,882 ਤੇ ਬੰਦ ਹੋਇਆ। ਸੋਨੇ ਦਾ ਭਾਅ $3991 ਪ੍ਰਤੀ ਟ੍ਰਾਈ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ, 10 ਈਅਰ ਯੀਲਡ 4.56%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 63,830 ਤੇ ਇਥੀਰੀਅਮ $1,867 ਦੇ ਬਰਾਬਰ ਚੱਲ ਰਿਹਾ ਆ। ਤੇ ਆਪਾਂ ਸਟੇਟ ਆਫ ਦਾ ਯੂਨੀਅਨ ਐਡਰੈਸ ਨਹੀਂ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਐਡਰੈਸ ਕਰਨ ਜਾ ਰਿਹਾ ਹੈ, ਆਲਰੇਡੀ ਹੁਣ ਸ਼ੁਰੂ ਹੋਣ ਵਾਲਾ ਹੈ 6 ਵਜੇ। ਕੋਸ਼ਿਸ਼ ਕਰਾਂਗੇ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਪਾ ਦਈਏ ਤਾਂ ਕਿ ਤੁਸੀਂ ਉਸ ਨੂੰ ਸੁਣ ਸਕੋ। ਜੀ, ਹੁਣ ਲੈਂਦੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।